ਉਹ ਆਗੂ ਕੀ ਕਹਿ ਦਿੰਦੇ ਨੇ ਕਿ ਹਾਂ ਪਹਿਲਾਂ ਤਾਂ ਉਹਨਾਂ ਨੇ ਬੜੀ ਸਾਡੇ ਅੱਗੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਜਦੋਂ ਡਾਂਗਾ ਲੈ ਕੇ ਆ ਗਏ ਤੇ ਫਿਰ ਉਹ ਚੁੱਪ-ਚਪੀਤੇ ਚਲੇ ਗਏ। ਨਹੀਂ, ਸੱਚਾਈ ਕੁਝ ਹੋਰ ਸੀਗੀ। ਉਹਦੇ ਖੜਦਾਮਾ ਮਚਾਉਣ ਵਾਸਤੇ ਆਉਣਾ ਤੇ ਵਾਪਸ ਮੁੜ ਜਾਣਾ। 26 ਜਨਵਰੀ ਨੂੰ ਹੀ ਹੋਇਆ ਸੀ ਨਾ ਬਾਈ, ਲਾਲ ਕਿਲੇ ਤੇ ਝੰਡਾ ਚਾੜਤਾ, ਵੀਡੀਓ ਵਾਇਰਲ ਕਰਤੀ, ਬੰਦੇ ਲੈ ਗਏ ਉਹਨਾਂ ਨੂੰ ਜੋਸ਼ ਚ ਪਾ ਕੇ। ਜਦੋਂ ਫੜਿਆ ਗਿਆ ਕਹਿੰਦਾ ਮੈਂ ਤਾਂ ਪੁਲਿਸ ਦੀ ਮਦਦ ਕਰਨ ਆਇਆ ਸੀ, ਮੈਂ ਤਾਂ ਉੱਥੇ ਗਿਆ ਹੀ ਨਹੀਂ, ਮੈਂ ਤਾਂ ਉੱਥੇ ਹੈ ਹੀ ਨਹੀਂ ਸੀ। ਦਾਮ ਰੱਖਿਆ ਕਰੋ ਦਾਮ। ਉਹ ਨੌਜਵਾਨ ਆਏ ਜ਼ਰੂਰ, ਉਹਨਾਂ ਨੇ ਤੁਹਾਡੇ ਅੱਗੇ ਬੇਨਤੀਆਂ ਕੀਤੀਆਂ ਤੇ ਉਸ ਤੋਂ ਬਾਅਦ ਜਦੋਂ ਆਗੂਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਮਝ ਗਏ ਸੀਗੇ। ਜੇ ਸਮਝ ਕੇ ਕਿਸੇ ਨੇ ਆਪਣੀ ਗੱਲ ਮੰਨ ਲਈ ਤਾਂ ਇਹ ਨਹੀਂ ਕਹਿਣਾ ਹੈਗਾ ਕਿ ਉਹ ਸਾਡੀਆਂ ਡਾਂਗਾਂ ਤੋਂ ਡਰ ਗਏ ਆ। ਜਦੋਂ ਆਪਾਂ ਸਰਕਾਰ ਨਾਲ ਗੱਲ ਕਰਨ ਲੱਗਿਆ ਕਹਿੰਦੇ ਆ ਕਿ ਹਾਂ ਸਾਨੂੰ ਨਿਮਰਤਾ ਨਾਲ ਚੱਲਣਾ ਚਾਹੀਦਾ, ਸਾਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ, ਤੇ ਫਿਰ ਅਸੀਂ ਆਪਣੇ ਅੱਗੇ ਡਾਂਗਾਂ ਦੇ ਕਿਉਂ ਵਿਖਾਵੇ ਕਰਦੇ ਪਏ ਆ। ਇਹ ਲੜਾਈ ਕਿਵੇਂ ਲੜਦੀ ਹੈ ਸਾਨੂੰ ਦੱਸਣਗੇ ਉਹ ਖਾਲਿਸਤਾਨ ਵਾਲੇ, ਉਹ ਲੱਖੇ ਵਾਲੇ ਤੇ ਉਹ ਵਿਦਿਆਰਥੀਆਂ ਦੀ ਜਥੇਬੰਦੀ ਵਾਲੇ। ਇੱਕ ਉਹਨਾਂ ਨੇ ਹੋਰ ਗੱਲ ਕੀਤੀ ਸੀ ਕਿ ਇਹਦੇ ਪਿੱਛੇ ਬੜੀਆਂ ਤਾਕਤਾਂ ਦਾ ਹੱਥ ਹੈ, ਬੜੀਆਂ ਤਾਕਤਾਂ ਦਾ ਹੱਥ ਹੈ। ਉਹਨਾਂ ਨੇ ਖਾਲਿਸਤਾਨੀ ਕਿਹਾ ਸੀ। ਖਾਲਿਸਤਾਨੀ ਕੌਣ ਨੇ? ਹਾਂ, ਜੇ ਅੱਜ ਰੱਬ ਨਾ ਕਰੇ ਇਹ ਸੰਘਰਸ਼ ਕਿਸੇ ਤਰ੍ਹਾਂ ਹਾਰਿਆ, ਸਾਡੇ ਕੋਲ ਕੀ ਰਾਹ ਰਹਿ ਜਾਊਗਾ? ਅਸੀਂ ਲੜੀਏ, ਸਾਡੇ 5 ਮਹੀਨਿਆਂ ਦੇ ਸੜਕਾਂ ਤੇ ਅਸੀਂ ਬੈਠੇ ਆ, 370 ਬੰਦੇ ਸਾਡੇ ਸ਼ਹੀਦ ਹੋ ਗਏ। ਇਹ ਲੜਾਈ ਕਿਵੇਂ ਲੜਦੀ ਹੈ ਸਾਨੂੰ ਦੱਸਣਗੇ ਉਹ ਖਾਲਿਸਤਾਨ ਵਾਲੇ, ਉਹ ਲੱਖੇ ਵਾਲੇ। ਕੋਈ ਲੱਖੇ ਦੇ ਦੀਪ ਚ ਨੁਕਸ ਕੱਢੇ ਜਾਵੇ, ਉਹ ਏਡੇ ਨੁਕਸਦਾਰ ਨੇ ਜਿਹੜੇ ਇਹ ਸਾਡੇ ਲੀਡਰ ਭਾਸ਼ਣਾਂ ਚ ਨੁਕਸ ਕੱਢਦੇ ਨੇ। ਪਹਿਲਾਂ ਏਡੀਆਂ ਤਕਰੀਰਾਂ ਦੇਣਾ, ਮਗਰੋਂ ਦੋਸ਼ ਕਿਸੇ ਹੋਰ ਸਿਰ ਮੜ। अरे कहना क्या चाहते हो? सत श्री अकाल दोस्तों, मैं कुलविंदर सिंह एक बार फिर तो हाजिर हाँ इस वेले दे कुछ खास अपडेट लैके अज दे अपडेट्स की लड़ी दे विच। दोस्तों अज दे अपडेट्स की लड़ी दे विच तुहाडे लई कुछ बड़े कुछ खास अपडेट लैके हाजिर हाँ, इसलिए सारे दोस्तों नूं रिक्वेस्ट है वीडियो दे नाल अखीर तक बने रहना ते बिना तुहाडा ज़्यादा समा लए आपां शुरू करदे हां अज दे अपडेट्स की लड़ी नूं। दोस्तों जिवें कि तुहानूं पता ही है कि किसान जथेबंदियां दे कुछ आगू शुरू तो ही नौजवानों के विरोध काफ़ी ज़्यादा भड़काऊ बयान दिंदे रहे हैं। हालांकि यही आगू सरकार दे नाल जदों गलबात हुंदी है उदों ये गल्लां कहंदे ने कि सरकार दे गलबात के जरिए अते कोई भी एक्शन दे विच सानूं शांति बना के रखनी चाहिदी है ताकि इस अंदोलन दे विच जित हो सके। पर उस ही अंदोलन की रीढ़ की हड्डी नौजवानों के खिलाफ हमेशा ये अजिहे बयान दिंदे ने जो कि किते ना किते इन्हां दे विरोध का कारण भी बनते हैं। अजिही एक जथेबंदी के आगू द्वारा कुछ दिन पहला नौजवानों के खिलाफ अते एक काफ़ी सत्कारयोग डॉक्टर के खिलाफ काफ़ी मंदी भाषा का उपयोग किया गया, जिस करके नौजवानों के दिलों के विच किते ना किते गुस्सा भी देखा गया। पर फिर भी नौजवानों ने इन्हां जथेबंदियों के आगुआं नूं सत्कार दिंदे होए एके दा ही होका दिता। पर दोस्तों हुण एक वो नौजवान जिसने कि किसी समय अडानी की ट्रेन नूं इकल्ले ही रोक लिया सी, उसने शरेआम स्टेज तो इन्हां आगुआं नूं खरियां खरियां सुना दित्तियां ते इन्हां दा सच सामने लैके आंदा। की ने पूरीआं गल्लां बातां सुणाउण दे लई तुहानूं लै चलदे इस नौजवान की इस स्पीच वाल। बाकी दोस्तों वीडियो देखने तो बाद इस सारे मसले बारे अपने विचार तुसीं कमेंटां दे विच जरूर साझे करके जाओ कि तुहानूं इस सारे विवाद दे विच सारे मसले दे विच कौन सही ते कौन गलत लगदा है ते अजिहे मसले फिर तो सामने ना आउण, सारे मिल जुल के रहण। अजिहे दे लई तुहाडे की सुझाव ने वो भी तुसीं कमेंटां दे विच जरूर साझे करके जाओ। ਉਹ ਆਗੂ ਕੀ ਕਹਿ ਦਿੰਦੇ ਨੇ ਕਿ ਹਾਂ ਪਹਿਲਾਂ ਤਾਂ ਉਹਨਾਂ ਨੇ ਬੜੀ ਸਾਡੇ ਅੱਗੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਜਦੋਂ ਡਾਂਗਾ ਲੈ ਕੇ ਆ ਗਏ ਤੇ ਫਿਰ ਉਹ ਚੁੱਪ-ਚਪੀਤੇ ਚਲੇ ਗਏ। ਨਹੀਂ, ਸੱਚਾਈ ਕੁਝ ਹੋਰ ਸੀਗੀ। ਉਹ ਨੌਜਵਾਨ ਆਏ ਜ਼ਰੂਰ, ਉਹਨਾਂ ਨੇ ਤੁਹਾਡੇ ਅੱਗੇ ਬੇਨਤੀਆਂ ਕੀਤੀਆਂ ਤੇ ਉਸ ਤੋਂ ਬਾਅਦ ਜਦੋਂ ਆਗੂਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਮਝ ਗਏ ਸੀਗੇ। ਜੇ ਸਮਝ ਕੇ ਕਿਸੇ ਨੇ ਆਪਣੀ ਗੱਲ ਮੰਨ ਲਈ ਤਾਂ ਇਹ ਨਹੀਂ ਕਹਿਣਾ ਹੈਗਾ ਕਿ ਉਹ ਸਾਡੀਆਂ ਡਾਂਗਾਂ ਤੋਂ ਡਰ ਗਏ ਆ। ਜਦੋਂ ਆਪਾਂ ਸਰਕਾਰ ਨਾਲ ਗੱਲ ਕਰਨ ਲੱਗਿਆ ਕਹਿੰਦੇ ਆ ਕਿ ਹਾਂ ਸਾਨੂੰ ਨਿਮਰਤਾ ਨਾਲ ਚੱਲਣਾ ਚਾਹੀਦਾ, ਸਾਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ, ਤੇ ਫਿਰ ਅਸੀਂ ਆਪਣੇ ਅੱਗੇ ਡਾਂਗਾਂ ਦੇ ਕਿਉਂ ਵਿਖਾਵੇ ਕਰਦੇ ਪਏ ਆ। ਇੱਕ ਉਹਨਾਂ ਨੇ ਹੋਰ ਗੱਲ ਕੀਤੀ ਸੀ कि ये पिछे बड़िया ताकतां दा हथ है, बड़िया ताकतां दा हथ है।
उन्होंने खालिस्तानी कहा सी। खालिस्तानी कौन ने? हाँ, जे अज रब ना करे ये संघर्ष किसी तरह हारिया, साडे कोल की राह रह जाऊगा? खालिस्तानी पता कौन ने? ਉਹ ਨੇ ਜਿਹੜੇ ਅੱਜ ਤੋਂ ਪਹਿਲਾਂ ਫੈਡਰਲ ਸਟੇਟ ਦੀ ਮੰਗ ਕਰਦੇ ਸੀ। ਉਹ ਸਟੇਟ ਜਿੱਥੇ ਸੈਂਟਰ ਨਾਲੋਂ ਹੱਕ ਸਟੇਟਾਂ ਕੋਲੇ ਵੱਧ ਹੋਣ, ਪਰ ਜਦੋਂ ਸਰਕਾਰ ਨੇ ਉਹਨਾਂ ਨੂੰ ਕੁਚਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਉਹ ਰਾਹ ਫੜਿਆ ਸੀ। ਤੇ ਇਹ ਰਾਹ ਕਮਿਊਨਿਸਟਾਂ ਨੇ ਵੀ ਫੜਿਆ ਸੀ 1968 ਤੋਂ ਲੈ ਕੇ 74 ਤੱਕ। ਹਰੇਕ ਉਹ ਕੌਮ ਜਿਹਦੇ ਨਾਲ ਵਧੀਕੀ ਹੋਈ ਆ ਉਹਨਾਂ ਨੇ ਉਹ ਰਾਹ ਫੜਿਆ ਸੀ। जदन मैं अडानिया की ट्रेन रोकी सी, अद्धा घंटा कला खड़िया सी उहदे अगे, अद्धा घंटा। नहीं 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 लिख के बाबा जी बहुत बार दे चुकिया मैं। बेनती है, एक बेनती होर, एक दो बेनतियां कर लैन दो मैनू। जी का खालसा वाहिगुरू जी की फतेह। अज दिल्ली दे बार्डरां दे उत्ते आपां नूं इह संघर्ष लड़दियां नूं 150 दिन दे करीब हो चुके आ, पर सरकार फिर भी अपनी गल सुनन दी जगह ते अपनियां चालां चलन लई मजबूर कर रही है आपां नूं कि इस संघर्ष नूं किस तरह खत्म किया जावे। ਉਹ मैं क्यों कह रहा कि पिछले दिनों दे विच एक बड़ी गल हजे भी वो चल रही है, ऑपरेशन क्लीन। ऑपरेशन क्लीन दा बड़ा मुद्दा उठिया सीगा, ओनू आपां नूं समझण दी लोड़ है कि आपां की समझदे आ कि सरकार ऑपरेशन क्लीन इदां आके कर जूगी कि आओ असीं तुहानूं आके ठौण लगे उठो ते तुसीं उठ के चले जाओ। नहीं, सरकार अज जिहड़ा दिल्ली दे विच हालात बना रही है, आपां टीवी दे उत्ते वेख रहे हां, लाशां नूं साड़न दी जगह नहीं हैगी। उत्थों दे जिहड़े सिवे ने ਉਹਦੇ ਵਿੱਚ ਸੈਂਕੜਿਆਂ ਦੇ ਹਿਸਾਬ ਤੇ ਲਾਸ਼ਾਂ ਬਲ ਰਹੀਆਂ ਨੇ। ਜੇ ਕਿਤੇ ਆਪਾਂ ਇਹ ਸਮਝ ਲੈਣਾ ਕਿ ਉਹ ਅੱਗ ਗਵਾਣ ਦੀ ਅੱਗ ਹੈ ਤਾਂ ਉਹ ਸਾਡਾ ਸਭ ਤੋਂ ਵੱਡਾ ਵਹਿਮ ਹੋਊਗਾ, ਕਿਉਂਕਿ ਉਹ ਅੱਗ ਦਾ ਸੇਕ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਤੱਕ ਪਹੁੰਚ ਜਾਣਾ ਹੈ। ਸਰਕਾਰ ਜਿਹੜੀ ਇਹ ਬੀਜੇਪੀ ਦੀ ਸਰਕਾਰ ਹੈ, ਮੋਦੀ ਦੀ ਸਰਕਾਰ ਹੈ, ਹਮੇਸ਼ਾ ਹੀ ਲਾਸ਼ਾਂ ਦੇ ਨਾਂ ਤੇ ਰਾਜਨੀਤੀ ਕਰਦੀ ਰਹੀ ਹੈ। पुलवामा दे विच उन्हें हमला कराया, साडे फौजी भरा मरवा के उदों बाद उन्होंने इलैक्शन जिते ते उस तो बाद कोरोना की जिहड़ी फस्ट वेव क्रिएट की सी उहदे विच उन्हें सीए दा एनआरसी दा प्रोटेस्ट खत्म कर दिता ते अज वो सरकार एक नवीं चाल चलण लई तैयार है। दिल्ली दे विच ते दूसरी कोविड वेव जिहड़ी एक महामारी दा नाम दिता गया, असीं इहनूं डिनाई नहीं करदे हैगे। हाँ, वो बीमारी होऊगी, पर सरकार जिन्ना उस नूं वधा के विखा रही है ਉਹਦੇ ਪਿੱਛੇ ਕਾਰਨ ਕੀ ਹੈ? ਇਸ ਫਾਰਮਰ ਪ੍ਰੋਟੈਸਟ ਜਿਹੜਾ ਕਿ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ, ਉਹਨੂੰ ਖਤਮ ਕਰਨਾ, ਉਹਦੇ ਪਿੱਛੇ ਇੰਨਾ ਵਿਖਾਵਾ ਕਰਨਾ ਸਰਕਾਰ ਦੀ ਮਨਸ਼ਾ ਕੀ ਹੈ? ਇਸ ਅੰਦੋਲਨ ਨੂੰ ਕੱਲ ਨੂੰ ਜਦੋਂ ਉਹ ਇੱਥੋਂ ਸਾਨੂੰ ਉਠਾਉਣ ਆਉਣਗੇ ਤੇ ਸਾਡੇ ਲਈ ਕਿਸੇ ਨੇ ਸਾਡੇ ਨਾਲ ਨਹੀਂ ਖੜਨਾ ਹੈਗਾ, ਕਿਉਂ? ਲੋਕਾਂ ਦੀਆਂ ਆਪਦੀਆਂ ਪ੍ਰੋਬਲਮਾਂ ਆਪਣੇ ਤੋਂ ਵੱਡੀਆਂ ਬਣੀਆਂ ਹੋਈਆਂ ਨੇ। ਹੁਣ ਅਸੀਂ ਉੱਥੇ ਕਰ ਕੀ ਸਕਦੇ ਹਾਂ, ਸਾਨੂੰ ਇਹ ਸੋਚਣ ਦੀ ਲੋੜ ਹੈ। मैं संयुक्त किसान मोर्चे नूं बेनती करांगा, पहला भी मैं बेनतियां कर चुकिया आगूआं दे जरिए, पर मैं पहला चाहता नहीं सी हैगा कदे भी पब्लिक प्लेटफॉर्म ते बोलना, क्योंकि ਉਹਦੇ ਆਪਦੇ कुछ फायदे ते नुकसान हुंदे ने। ਅਸੀਂ मेरा की रस्ता सी, ਅਸੀਂ मैं निजी तौर ते जिन्हां नूं भी मिलिया जांदा सी ਉਹਨਾਂ ਦੇ ਅੱਗੇ जा के बेनतियां करदा हुंदा सीगा, कदे पब्लिक प्लेटफॉर्म ते नहीं बोलिया। पर अज मजबूरी बनी हुई है, क्योंकि लोड़ है अज सानू जो चीज़ां करन दी, जो समझदे हां इस संघर्ष नूं बचाउण वास्ते संयुक्त मोर्चे नूं वो चीज़ां करन दी लोड़ है। तां मैं बोलण लग्गिया वो गल्लां की ने। देखो 26 जनवरी नूं जो असी कीता सीगा वो भावें गलत नहीं सी हैगा, लाल किले ते झंडा चढ़ाउणा, पर उन्होंने सरकार ने उस नूं इन्ना गलत तरीके नाल पेश किया कि अज उहदे नाल साडा संघर्ष मुदड़े मूंह डिग पिया। असी आपस दे विच एक दूजे दे उत्ते उंगलां चुकन लगे, हालांकि पहलां वो उंगलां मोदी वल हुंदियां सी, फिर साडीआं उंगलां एक दूजे ते हो गईआं। असी उस सरकार दी वो चाल नहीं समझण नूं कामयाब नहीं होए। ਅੱਜ ਸਾਨੂੰ ਕੀ ਕਰਨਾ ਚਾਹੀਦਾ? ਜਦੋਂ ਸਰਕਾਰ ਨੇ ਉਹ ਹਾਲਾਤ ਬਣਾਏ ਨੇ, ਇੱਕ ਤਾਂ ਸਾਡਾ ਇਹ ਫਰਜ਼ ਬਣਦਾ ਹੈ। ਵੇਖੋ ਇਹ ਸੰਘਰਸ਼ ਹੈ, ਭਾਵੇਂ ਇਹ ਪੂਰੇ ਦੇਸ਼ ਦਾ ਸੰਘਰਸ਼ ਹੈ, ਪਰ ਪੰਜਾਬ ਹਰਿਆਣਾ ਜਿਹੜਾ ਮਹਾ ਪੰਜਾਬ ਹੈ ਉਹ ਇਸ ਸੰਘਰਸ਼ ਦਾ ਮੋਹਰੀ ਹੈ। ਤੇ ਜਦੋਂ ਵੀ ਕਿਤੇ ਵੀ ਭੀੜ ਪਈ ਹੈ ਅਸੀਂ ਹਰ ਕਿਸੇ ਦੀ ਮਦਦ ਕੀਤੀ ਹੈ, ਚਾਹੇ ਉਹ ਦੁਸ਼ਮਣੀ ਹੋਵੇ। ਤੇ ਅੱਜ ਜਦੋਂ ਦਿੱਲੀ ਦੇ ਬਰੂਹਾਂ ਤੇ ਆਪਾਂ ਬੈਠੇ ਹੋਏ ਆ ਤੇ ਦਿੱਲੀ ਸਰਕਾਰ ਜਾਂ ਸੈਂਟਰ ਸਰਕਾਰ ਰਾਜਨੀਤੀ ਉਹ ਲਾਸ਼ਾਂ ਤੇ ਕਰਨ ਲੱਗੀ ਹੋਈ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਸੰਯੁਕਤ ਮੋਰਚਾ, ਚਾਹੇ ਉਹ ਆਕਸੀਜਨ ਦੀ ਕਮੀ ਹੋਵੇ ਉਹ ਪੂਰੀ ਕਰਨ ਲਈ
ਵਾਜਿਬ ਕਦਮ ਉਠਾਏ, ਚਾਹੇ ਉਹ ਲਾਸ਼ਾਂ ਦੇ ਸੰਸਕਾਰ ਲਈ ਵਲੰਟੀਅਰ ਦੇਣੇ ਹੋਣ। ਇਹ ਨਹੀਂ ਸੰਯੁਕਤ ਮੋਰਚੇ ਨੂੰ ਅਸੀਂ ਕਵਾਂਗੇ ਨਹੀਂ ਮੈਂ ਪਹਿਲਾਂ ਤੁਰੂੰਗਾ, ਅਸੀਂ ਤੁਰਾਂਗੇ, ਕਿਉਂਕਿ ਦੇਖੋ ਮੌਤ ਤੋਂ ਨਹੀਂ ਡਰ ਲੱਗਦਾ ਹੈਗਾ। ਜੇ ਇਹ ਸੰਘਰਸ਼ ਲਈ ਜਾਣ, ਚਾਹੇ ਉਹ ਗੋਲੀ ਖਾ ਕੇ ਦੇਣੀ ਪਵੇ, ਚਾਹੇ ਉਹ ਸੇਵਾ ਕਰਦਿਆਂ ਦੇਣੀ ਪਵੇ, ਅਸੀਂ ਤਿਆਰ ਹਾਂ। ਕੱਲਾ ਮੈਂ ਨਹੀਂ, ਬੜੇ ਬੈਠੇ ਆ ਨੌਜਵਾਨ, ਚਾਹੇ ਬਾਅਦ ਚ ਉਹਨਾਂ ਨੂੰ ਹੁੱਲੜਬਾਜ਼ੀ ਕਹਿ ਦਿੱਤਾ ਜਾਂਦਾ, ਉਹ ਅੱਜ ਵੀ ਆਗੂਆਂ ਦੇ ਮਗਰ ਖੜੇ ਆ, ਜਾਨਾਂ ਕੁਰਬਾਨ ਕਰਨ ਲਈ ਖੜੇ ਆ। ਕਿਉਂਕਿ ਸਾਨੂੰ ਸਿਆਸਤ ਨਹੀਂ ਕਰਨੀ ਆਉਂਦੀ ਹੈਗੀ, ਸਾਨੂੰ ਸਿਰਫ ਜਾਨਾਂ ਦੇਣੀਆਂ ਆਉਂਦੀਆਂ ਨੇ। ਉਹ ਸਾਡੀਆਂ ਤੁਸੀਂ ਕਦੋਂ ਵੀ ਜਾਨਾਂ ਲੈ ਸਕਦੇ ਹੋ, ਇਹ ਹੈ ਵੀ ਤੁਸੀਂ ਉਹਨੂੰ ਸਾਰਥਕ ਤਰੀਕੇ ਨਾਲ ਲਓ। ਤੇ ਮੈਂ ਆਪਣੀ ਗੱਲ ਤੇ ਆਉਣਾ, ਇਸ ਕੀ ਹੈ ਵੀ ਅਸੀਂ ਦਿੱਲੀ ਸਰਕਾਰ ਨੂੰ ਪ੍ਰਪੋਜ਼ਲ ਦਈਏ ਕਿ ਹਾਂ ਅਸੀਂ ਇੰਨੀ ਕੁ क्षमता ਰੱਖਦੇ ਆ, ਚਾਹੇ ਉਹ ਅਸੀਂ ਵਲੰਟੀਅਰ ਭੇਜ ਸਕਦੇ ਆ, ਅਸੀਂ ਲੰਗਰ ਲਾ ਸਕਦੇ ਆ, ਤੁਸੀਂ ਸਾਨੂੰ ਦੱਸੋ ਸਾਡੇ ਤੋਂ ਕੀ ਮਦਦ ਚਾਹੀਦੀ ਆ, ਉਹ ਅਸੀਂ ਕਰਨ ਲਈ ਤਿਆਰ ਆ। ਉਹਦੇ ਲਈ ਸਿਰਫ ਇਹ ਨਹੀਂ ਹੈਗਾ ਕਿ ਅਸੀਂ ਜਾ ਕੇ ਸਿਰਫ ਸਰਕਾਰ ਦੇ ਕੋਲ ਜਾ ਕੇ ਮੀਟਿੰਗ ਕਰ ਆਈਏ ਜਾਂ ਆਪਾਂ ਇਹਨਾਂ ਨਾਲ ਪ੍ਰਸ਼ਾਸਨ ਨਾਲ ਮੀਟਿੰਗ ਕਰ ਆਈਏ। ਪ੍ਰਸ਼ਾਸਨ ਨਾਲ ਜੇ ਤੁਸੀਂ ਮੀਟਿੰਗ ਕਰੋਗੇ ਨਾ, ਉਹਨਾਂ ਨੇ ਕਦੇ ਤੁਹਾਨੂੰ ਪਬਲਿਕ ਪਲੇਟਫਾਰਮ ਤੇ ਨਹੀਂ ਆਉਣ ਦੇਣਾ ਹੈਗਾ। ਉਹ ਗੱਲਾਂ ਸਿਰਫ ਤੁਹਾਡੇ ਤੱਕ ਸੀਮਤ ਰਹਿ ਜਾਣੀਆਂ ਨੇ। ਦੁਨੀਆ ਦੇ ਵਿੱਚ ਮੈਸੇਜ ਪਹੁੰਚਾਉਣਾ ਨਾ ਇੱਕ ਕੰਮ ਕਰਕੇ, ਅਸੀਂ ਉਹ ਨਹੀਂ ਪਹੁੰਚਣਾ ਹੈਗਾ। ਸੋ ਜਿਸ ਤਰੀਕੇ ਨਾਲ ਸਰਕਾਰ ਕੰਮ ਕਰਦੀ ਹੈ, ਜੇ ਮੋਦੀ ਕਿਤੇ ਸਫਾਈ ਲਈ ਝਾੜੂ ਵੀ ਮਾਰਦਾ ਹੁੰਦਾ ਨਾ, 500 ਕੈਮਰੇ ਲੱਗੇ ਹੁੰਦੇ ਨੇ ਉਹਦੇ ਮਗਰ। ਜੇ ਅਸੀਂ ਕੋਈ ਕੰਮ ਕਰਨਾ ਤਾਂ ਉਹ ਪ੍ਰੋਪਰ ਤਰੀਕੇ ਨਾਲ ਅਸੀਂ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ, ਉਦਾਂ ਦੇ ਤਰੀਕੇ ਅਸੀਂ ਕਰੀਏ। ਤੇ ਦੂਸਰੀ ਗੱਲ, ਕਈ ਵਾਰੀ ਜੇ ਆਗੂ ਜਾਂ ਸੰਯੁਕਤ ਮੋਰਚਾ ਇਹ ਕਹਿੰਦਾ ਵੀ ਸਾਡੇ ਕੋਲੇ ਫੰਡਾਂ ਦੀ ਘਾਟ ਹੈ, ਤਾਂ ਆਪਣੇ ਪਿੱਛੇ ਕੌਮ ਖੜੀ ਹੈ, ਸਿੱਖ ਕੌਮ, ਜਿਹਨੇ ਕਦੇ ਮੂੰਹ ਨਹੀਂ ਮੋੜਿਆ ਹੈਗਾ। ਤੁਸੀਂ ਇੱਕ ਵਾਰੀ ਇੱਕੋ ਜਥੇਬੰਦੀਆਂ ਦਾ ਜਿਹੜਾ ਸਾਡੇ ਉਹ ਲੱਗਿਆ ਹੋਇਆ, ਮੈਂ ਸ਼ਾਇਦ ਗਲਤ ਸ਼ਬਦ ਕਹੂੰਗਾ, ਛੱਜ ਲਮਕਦਾ ਪਿਆ, ਮਗਰ ਉਹਨੂੰ ਸਾਨੂੰ ਉਤਾਰ ਕੇ ਕਹਿਣਾ ਪਊਗਾ ਵੀ ਅੱਜ ਸੰਯੁਕਤ ਮੋਰਚੇ ਨੂੰ ਲੋੜ ਹੈ ਮਦਦ ਦੀ, ਤੇ ਪੂਰੀ ਕੌਮ ਮਗਰ ਖੜ ਜੂ। ਕਿਉਂਕਿ ਜਿਹੜੀਆਂ ਆਰਗੇਨਾਈਜੇਸ਼ਨਸ ਕੱਲ ਸਾਡੇ ਲਈ ਸੰਯੁਕਤ ਮੋਰਚੇ ਦੇ ਅੰਡਰ ਕੰਮ ਕਰ ਰਹੀਆਂ ਸੀ, ਅੱਜ ਉਹ ਇੰਡੀਵਿਜੂਅਲੀ ਆਪਣਾ ਕੰਮ ਕਰਦੀਆਂ ਪਈਆਂ ਨੇ। ਤੇ ਉਹ ਇਹ ਵੀ ਕਹਿੰਦੀਆਂ ਨੇ ਸੰਯੁਕਤ ਮੋਰਚਾ ਸਾਨੂੰ ਨੀਡ ਦੱਸੇ ਕੀ ਹੈ, ਅਸੀਂ ਉਹ ਹਰ ਚੀਜ਼ ਕਰਨ ਲਈ ਤਿਆਰ ਆ। ਤੇ ਸਾਨੂੰ ਸਮਝਣਾ ਚਾਹੀਦਾ ਵੀ ਜਿਹੜੀ ਸਰਕਾਰ ਨੇ ਸਾਡੇ ਲਈ ਫੰਦਾ ਤਿਆਰ ਕੀਤਾ ਹੋਇਆ ਇਹ ਮਹਾਮਾਰੀ ਦੇ ਨਾਂ ਤੇ, ਅਸੀਂ ਉਹਨੂੰ ਕੋਸ਼ਿਸ਼ ਕਰੀਏ ਉਹ ਸਰਕਾਰ ਦੇ ਹੀ ਗੱਲ ਦੇ ਵਿੱਚ ਪਾ ਦਈਏ। ਇਹ ਸੈਕਟਰੀ ਸਾਹਿਬ ਖੜੇ ਹੋ ਗਏ ਨੇ, ਪਰ ਮੈਂ ਮਾਫੀ ਚਾਹਾਂਗਾ, ਮੈਨੂੰ ਬੋਲਣ ਲਈ ਹੋਰ ਸਮਾਂ ਚਾਹੀਦਾ। ਲਿਮਟ ਬਾਬਾ ਜੀ ਵੇਖੋ, ਜੇ ਇਹ ਸਟੇਜ ਤੇ ਬੋਲਣ ਲਈ ਜੇ ਕਹੀਏ ਨਾ ਵੀ ਹਾਂ ਹਰ ਕਿਸੇ ਹੱਕ ਦੀ ਗੱਲ ਕਰੀਏ ਜਾਂ ਕਿਸੇ ਦੇ, ਤਾਂ ਜਦੋਂ ਮੈਂ ਅਡਾਨੀਆਂ ਦੀ ਟ੍ਰੇਨ ਰੋਕੀ ਸੀਗੀ, ਅੱਧਾ ਘੰਟਾ ਇਕੱਲਾ ਖੜਿਆ ਸੀ ਉਹਦੇ ਅੱਗੇ, ਅੱਧਾ ਘੰਟਾ। ਨਹੀਂ ਲਿਖ ਕੇ ਬਾਬਾ ਜੀ ਬਹੁਤ ਵਾਰ ਦੇ ਚੁੱਕਿਆ ਮੈਂ। ਬੇਨਤੀ ਆ, ਇੱਕ ਬੇਨਤੀ ਹੋਰ, ਇੱਕ ਦੋ ਬੇਨਤੀਆਂ ਕਰ ਲੈਣ ਦੋ ਮੈਨੂੰ। ਦੂਸਰੀ ਬੇਨਤੀ, 2-3 ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀਗੀ। ਸਾਡੇ ਕੁਝ ਨੌਜਵਾਨ ਇਕੱਠੇ ਹੋ ਕੇ ਸਾਡੇ ਆਗੂਆਂ ਕੋਲ ਕੁਝ ਮੰਗਾਂ ਲੈ ਕੇ ਗਏ ਸੀਗੇ। ਹਾਲਾਂਕਿ ਉਹਦੇ ਬਾਰੇ ਕਦੇ ਕੋਈ ਗੱਲ ਨਹੀਂ ਹੋਈ ਹੈਗੀ, ਨਾ ਨਿਊਜ਼ ਚੈਨਲਾਂ ਤੇ ਮੈਂ ਕਰਨੀ ਨਹੀਂ ਸੀ ਚਾਹੁੰਦਾ ਹੈਗਾ, ਪਰ ਸਾਡੇ ਹੀ ਇਹਨਾਂ ਆਗੂਆਂ ਦੇ ਵਿੱਚੋਂ ਇੱਕ ਵੱਖਰੀ ਸਟੇਜ ਦੇ ਲੱਗੀ ਸਟੇਜ ਦੇ ਉੱਤੇ ਕੱਲ ਉਸ ਸੰਦਰਭ ਦੇ ਵਿੱਚ ਕੁਝ ਗੱਲਾਂ ਹੋਈਆਂ, ਤਾਂ ਮੈਂ ਬੋਲਣ ਲੱਗਿਆ। ਉਹ ਗੱਲਾਂ ਕੀ ਹੋਈਆਂ, ਉਹ ਆਗੂ ਮੇਰੇ ਬੜੇ ਸਤਿਕਾਰਯੋਗ ਨੇ, ਮੈਂ ਨਿੱਜੀ ਤੌਰ ਤੇ ਉਹ ਵੀ ਮੈਨੂੰ ਜਾਣਦੇ ਨੇ ਤੇ ਮੈਂ ਵੀ ਉਹਨਾਂ ਨੂੰ ਜਾਣਦਾ। ਇਹ ਨਹੀਂ ਹੈਗਾ ਕੋਈ ਮੇਰੀ ਉਹਨਾਂ ਨਾਲ ਕੋਈ ਇਹ ਨਹੀਂ ਕੋਈ ਕਿ ਮੈਂ ਉਹਨਾਂ ਨੂੰ ਸਮਝਦਾ ਨਹੀਂ ਹੈਗਾ, ਪਰ ਜਿਹੜੀਆਂ ਕੱਲ ਗੱਲਾਂ ਹੋਈਆਂ ਉਹਨਾਂ ਦੇ ਦੁਆਰਾ, ਉਹਨਾਂ ਨੂੰ ਲੈ ਕੇ ਹੀ ਮੈਂ ਕੁਝ ਕਹਿਣਾ ਚਾਹੁੰਦਾ। ਜੇ ਨੌਜਵਾਨ ਤੁਹਾਡੇ ਕੋਲ ਕੋਈ ਫਰਿਆਦਾਂ ਲੈ ਕੇ ਆਏ ਸੀ, ਭਾਵੇਂ ਉਹਨਾਂ ਦਾ ਤਰੀਕਾ ਗਲਤ ਹੋ ਸਕਦਾ, ਪਰ ਨੌਜਵਾਨ ਉਹ ਤੁਹਾਡੇ ਹੀ ਨੇ। ਅੱਜ ਤੱਕ ਉਹਨਾਂ ਨੇ ਤੁਹਾਨੂੰ ਹੀ ਆਗੂ ਮੰਨਿਆ। 5 ਮਹੀਨੇ ਸੰਘਰਸ਼ ਚੱਲਦਿਆਂ ਨੂੰ ਦਿੱਲੀ ਦੇ ਵਿੱਚ ਹੋ ਗਏ ਨੇ, ਤੇ ਉਦੋਂ ਪਹਿਲਾਂ 5-6 ਮਹੀਨੇ ਪੰਜਾਬ ਦੇ ਵਿੱਚ ਇਹ ਸੰਘਰਸ਼ ਚੱਲ ਚੁੱਕਿਆ ਹੈ। ਜੇ ਅਸੀਂ ਟ੍ਰੇਨਾਂ ਰੋਕੀਆਂ ਸੀ ਨਾ, ਮੈਂ ਆਪਣਾ ਨਾਂ ਨਹੀਂ ਸੀ ਲਿਆ ਹੈਗਾ, ਜਥੇਬੰਦੀਆਂ ਦਾ ਨਾਂ ਲਿਆ ਸੀ ਕਿ ਜਥੇਬੰਦੀਆਂ ਦਾ ਕੋਈ ਨਾਂ ਤੇ ਆਂਚ ਨਾ ਆ ਜੇ, ਉਹ ਕਦਮ ਤਾਂ ਚੁੱਕੇ ਸੀ। ਤੇ ਮੇਰੇ ਵਰਗੇ ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਲਾਈਆਂ ਸੀਗੀਆਂ ਇਦਾਂ ਦੇ ਕੰਮ ਕਰਨ ਦੇ ਵਿੱਚ। ਤੇ ਉਹ ਆਗੂ ਕੀ ਕਹਿ ਦਿੰਦੇ ਨੇ ਕਿ ਹਾਂ ਪਹਿਲਾਂ ਤਾਂ ਉਹਨਾਂ ਨੇ ਬੜੀ ਸਾਡੇ ਅੱਗੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਜਦੋਂ ਡਾਂਗਾ ਲੈ ਕੇ ਆ ਗਏ ਤੇ ਫਿਰ ਉਹ ਚੁੱਪ-ਚਪੀਤੇ ਚਲੇ ਗਏ। ਨਹੀਂ, ਸੱਚਾਈ ਕੁਝ ਹੋਰ ਸੀਗੀ। ਉਹ ਨੌਜਵਾਨ ਆਏ ਜ਼ਰੂਰ, ਉਹਨਾਂ ਨੇ ਤੁਹਾਡੇ ਅੱਗੇ ਬੇਨਤੀਆਂ ਕੀਤੀਆਂ, ਤੇ ਉਸ ਤੋਂ ਬਾਅਦ ਜਦੋਂ ਆਗੂਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਮਝ ਗਏ ਸੀਗੇ। ਜੇ ਸਮਝ ਕੇ ਕਿਸੇ ਨੇ ਆਪਣੀ ਗੱਲ ਮੰਨ ਲਈ ਤਾਂ ਇਹ ਨਹੀਂ ਕਹਿਣਾ ਹੈਗਾ ਕਿ ਉਹ ਸਾਡੀਆਂ ਡਾਂਗਾਂ ਤੋਂ ਡਰ ਗਏ ਆ।
ਜਦੋਂ ਆਪਾਂ ਸਰਕਾਰ ਨਾਲ ਗੱਲ ਕਰਨ ਲੱਗਿਆ ਕਹਿੰਦੇ ਆ ਕਿ ਹਾਂ ਸਾਨੂੰ ਨਿਮਰਤਾ ਨਾਲ ਚੱਲਣਾ ਚਾਹੀਦਾ, ਸਾਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ, ਤੇ ਫਿਰ ਅਸੀਂ ਆਪਣੇ ਅੱਗੇ ਡਾਂਗਿਆਂ ਦੇ ਆ ਕਿਉਂ ਵਿਖਾਵੇ ਕਰਦੇ ਪਏ ਆ। ਦੂਸਰੀ ਬੇਨਤੀ, ਇੱਕ ਉਹਨਾਂ ਨੇ ਹੋਰ ਗੱਲ ਕੀਤੀ ਸੀ, ਪਿੱਛੇ ਬੜੀਆਂ ਤਾਕਤਾਂ ਦਾ ਹੱਥ ਹੈ, ਬੜੀਆਂ ਤਾਕਤਾਂ ਦਾ ਹੱਥ ਹੈ। ਉਹਨਾਂ ਨੇ ਖਾਲਿਸਤਾਨੀ ਕਿਹਾ ਸੀ। ਖਾਲਿਸਤਾਨੀ ਕੌਣ ਨੇ? ਹਾਂ, ਜੇ ਅੱਜ ਰੱਬ ਨਾ ਕਰੇ ਇਹ ਸੰਘਰਸ਼ ਕਿਸੇ ਤਰ੍ਹਾਂ ਹਾਰਿਆ, ਸਾਡੇ ਕੋਲ ਕੀ ਰਾਹ ਰਹਿ ਜਾਊਗਾ? ਖਾਲਿਸਤਾਨੀ ਪਤਾ ਕੌਣ ਨੇ? ਉਹ ਨੇ ਜਿਹੜੇ ਅੱਜ ਤੋਂ ਪਹਿਲਾਂ ਫੈਡਰਲ ਸਟੇਟ ਦੀ ਮੰਗ ਕਰਦੇ ਸੀ। ਉਹ ਸਟੇਟ ਜਿੱਥੇ ਸੈਂਟਰ ਨਾਲੋਂ ਹੱਕ ਸਟੇਟਾਂ ਕੋਲੇ ਵੱਧ ਹੋਣ, ਪਰ ਜਦੋਂ ਸਰਕਾਰ ਨੇ ਉਹਨਾਂ ਨੂੰ ਕੁਚਲ ਦਿੱਤਾ, ਉਸ ਤੋਂ ਬਾਅਦ ਉਹਨਾਂ ਨੇ ਉਹ ਰਾਹ ਫੜਿਆ ਸੀ। ਤੇ ਇਹ ਰਾਹ ਕਮਿਊਨਿਸਟਾਂ ਨੇ ਵੀ ਫੜਿਆ ਸੀ 1968 ਤੋਂ ਲੈ ਕੇ 74 ਤੱਕ। ਹਰੇਕ ਉਹ ਕੌਮ ਜਿਹਦੇ ਨਾਲ ਵਧੀਕੀ ਹੋਈ ਆ, ਉਹਨਾਂ ਨੇ ਉਹ ਰਾਹ ਫੜਿਆ ਸੀ। ਇਹ ਗੱਲਾਂ ਤਾਂ ਕਰਦਾ ਪਿਆ ਕਿਉਂਕਿ ਦੇਖੋ, ਅੱਜ ਤੋਂ ਪਹਿਲਾਂ ਮੈਂ ਕਦੇ ਇਹ ਗੱਲਾਂ ਨਹੀਂ ਕੀਤੀਆਂ ਹੈਗੀਆਂ। ਆਗੂ ਸਾਡੇ ਸਤਿਕਾਰਯੋਗ, ਜਿੱਥੇ ਸਾਨੂੰ ਸਰਕਾਰ ਵੱਲ ਉਂਗਲ ਚੱਕ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ, ਉਹ ਕਿਤੇ ਨਾ ਕਿਤੇ ਗੱਲਾਂ ਕਰ ਦਿੰਦੇ ਨੇ ਆਪਣਿਆਂ ਵੱਲ ਉਂਗਲਾਂ ਚੱਕ ਕੇ। ਸਰਕਾਰ ਉਹ ਚੀਜ਼ ਚਾਹੁੰਦੀ ਹੈ। ਆਪਾਂ ਇਹ ਬੇਨਤੀ ਆ ਤੁਹਾਡੇ ਅੱਗੇ ਬਈ ਇਹ ਕੰਮ ਆਪਾਂ ਨਾ ਕਰੀਏ। ਜਿਹੜਾ ਪਹਿਲਾਂ ਦਾ ਮੇਰਾ ਸੁਝਾਅ ਸੀ, ਦੂਸਰੀ ਮੇਰੀ ਬੇਨਤੀ ਹੈ, ਸੰਯੁਕਤ ਮੋਰਚੇ ਨੂੰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਬਈ ਸੈਂਟਰ ਸਾਡੇ ਨਾਲ ਜਿਹੜੀਆਂ ਚਾਲਾਂ ਚੱਲਦੀ ਪਈ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਵੇਖੋ, ਹੋ ਸਕਦਾ ਮੇਰਾ ਤਰੀਕਾ ਕਿਸੇ ਨੂੰ ਗਲਤ ਲੱਗਿਆ ਹੋਵੇ, ਮੈਂ ਹਮੇਸ਼ਾ ਹੀ ਮਾਫੀ ਮੰਗ ਲੈਣਾ ਹੁੰਨਾ, ਪਰ ਅੱਜ ਜੇ ਮੈਂ ਕੁਝ ਗਲਤ ਬੋਲਿਆ ਤਾਂ ਮੇਰੀ ਝੋਲੀ ਪਾ ਦਿਓ ਮਾਫੀ। ਮੈਂ ਜਦੋਂ ਕਿਤੇ ਹੋਰ ਕਿਸੇ ਗਲਤੀ ਹੋਈ, ਜਿੱਦਣ ਮੈਨੂੰ ਲੱਗਿਆ ਕਿ ਮੈਂ ਵਾਕਈ ਗਲਤ ਹਾਂ, ਉਦੋਂ ਮੈਂ ਮਾਫੀ ਵੀ ਮੰਗ ਲਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਸ ਨੌਜਵਾਨ ਵੱਲੋਂ ਜੋ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ, ਜੋ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਨੇ, ਉਸ ਬਾਰੇ ਤੁਹਾਡੀ ਕੀ ਰਾਏ ਹੈ? ਕੀ ਤੁਸੀਂ ਇਸ ਨੌਜਵਾਨ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ? ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਤੇ ਇਸ ਦੇ ਨਾਲ ਹੀ ਦੋਸਤੋ, ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਦੇ ਹਾਂ ਜਲਦ ਹੋਰ ਤਾਜ਼ਾ ਅਪਡੇਟ ਦੇ ਨਾਲ। ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਅਪਡੇਟਸ, ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਤਾਜ਼ਾ ਖਬਰ ਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡੇ ਹੀ ਆਪਣੇ ਚੈਨਲ ਲਿਮਟਿਡ ਗਿਆਨ ਤੇ ਸਵੈਗ ਪੰਜਾਬ ਟੀਵੀ। ਅਤੇ ਦੋਵੇਂ ਚੈਨਲਸ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਸਬਸਕ੍ਰਾਈਬ ਬਟਨ ਦੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ ਆਲ ਤੇ ਜ਼ਰੂਰ ਸਿਲੈਕਟ ਕਰ ਲੈਣਾ, ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਦੋਸਤੋ, ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ।